ਗੱਲ ਕਰਾਂਗਾ ਕਿ ਜਿੱਥੇ ਦੁਨੀਆ ਭਰ ਦੀਆਂ ਸਰਕਾਰਾਂ ਸਾਨੂੰ ਸੈਕੰਡ ਵੇਵ ਕਰੋਨਾ ਤੋਂ ਬਚਾਉਣ ਵਿੱਚ ਲੱਗੀਆਂ ਹੋਈਆਂ ਹਨ, ਉਹ ਆਪਣੇ ਸਾਰੇ ਯਤਨ ਕਰ ਰਹੀਆਂ ਹਨ ਅਤੇ ਸਾਨੂੰ ਉਹਨਾਂ ਵੱਲੋਂ ਜੋ ਸੁਨੇਹਾ ਹੈ ਇਹ 28 ਦਿਨ ਦੇ ਲੋਕਡਾਊਨ ਦਾ, ਉੱਥੇ ਸਾਡਾ ਵੀ ਹੱਕ ਬਣਦਾ ਹੈ ਕਿ ਅਸੀਂ ਆਪਣੀਆਂ ਸਰਕਾਰਾਂ ਦਾ ਸਾਥ ਦੇਈਏ ਤਾਂ ਜੋ ਕੋਈ ਮਾਲੀ ਅਤੇ ਜਾਨੀ ਨੁਕਸਾਨ ਨਾ ਹੋ ਸਕੇ। ਜੇ ਮਾਲੀ ਨੁਕਸਾਨ ਹੁੰਦਾ ਹੈ ਤਾਂ ਬਹੁਤ ਵੱਡਾ ਘਾਟਾ ਹੈ ਸਾਨੂੰ, ਸਾਡੇ ਸਮਾਜ ਨੂੰ, ਸਾਡੇ ਦੇਸ਼ ਨੂੰ, ਅਤੇ ਜੇ ਜਾਨੀ ਨੁਕਸਾਨ ਹੁੰਦਾ ਹੈ ਤਾਂ ਵੀ ਬਹੁਤ ਵੱਡਾ ਘਾਟਾ ਹੈ ਸਾਨੂੰ, ਸਾਡੇ ਦੇਸ਼ ਨੂੰ, ਸਾਡੇ ਸਮਾਜ ਨੂੰ। ਸੋ ਅਸੀਂ ਆਪਣੀ ਸਰਕਾਰ ਦਾ ਕਹਿਣਾ ਮੰਨਦੇ ਹੋਏ ਲੋਕਡਾਊਨ ਦੇ ਨਿਯਮਾਂ ਦਾ ਪਾਲਣ ਕਰੀਏ, ਸਟੇ ਹੋਮ, ਆਪਣੇ ਘਰਾਂ ਵਿੱਚ ਰਹੀਏ ਤਾਂ ਕਿ ਆਪ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ, ਆਪਣੇ ਸਮਾਜ ਨੂੰ, ਆਪਣੀ ਸਟੇਟ ਅਤੇ ਆਪਣੇ ਦੇਸ਼ ਨੂੰ ਅਸੀਂ ਜਾਨੀ ਮਾਲੀ ਨੁਕਸਾਨ ਤੋਂ ਬਚਾ ਸਕੀਏ। ਡਾਕਟਰ ਸਾਹਿਬ, ਜਿੱਦਾਂ ਪਿਛਲੇ ਹਫ਼ਤੇ ਆਪਾਂ ਇਹ ਗੱਲ ਕੀਤੀ ਸੀ ਕਿ ਆਪਾਂ ਹਰ ਐਤਵਾਰ ਨੂੰ ਇੱਕ ਵਿਸ਼ੇ ਦੇ ਉੱਤੇ, ਇੱਕ ਬਿਮਾਰੀ ਵਾਸਤੇ ਗੱਲਬਾਤ ਕਰਿਆ ਕਰਾਂਗੇ। ਉਹਦੇ ਸਿੰਪਟਮ ਕੀ ਨੇ, ਉਹਦਾ ਇਲਾਜ ਕੀ ਹੈ, ਉਹਦਾ ਕੀ ਬੋਡੀ ਦੇ ਵਿੱਚ ਕੀ ਨੁਕਸਾਨ ਹੋ ਸਕਦਾ। ਬਿਲਕੁਲ ਠੀਕ ਹੈ ਜੀ। ਅਤੇ ਅੱਜ ਆਪਾਂ ਸੋਰਾ ਬਾਰੇ ਗੱਲ ਕਰੀਏ। ਬਿਲਕੁਲ। ਇਹ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਸਾਡੀ ਬੋਡੀ 'ਚ ਕੀ ਹੈ, ਇਸ ਦਾ ਨਾਮ ਕੀ ਹੈ ਜਾਂ ਨਹੀਂ ਹੈ। ਲੋਕਾਂ ਨੂੰ ਇਸ ਬਾਰੇ ਪਤਾ ਨਹੀਂ। ਥੋੜ੍ਹੀ ਬਾੜੀ ਇਹਦੀ ਜਾਣਕਾਰੀ ਦਿਓ ਕਿ ਇਹ ਕੀ ਹੈ। ਬਿਲਕੁਲ ਜੀ। ਅਸੀਂ ਪਿਛਲੇ ਹਫ਼ਤੇ ਇਸ ਵਿਸ਼ੇ 'ਤੇ ਗੱਲ ਕੀਤੀ ਕਿ ਸੋਰਾ ਇੱਕ ਮਿਆਜ਼ਮ ਹੈ। ਮਿਆਜ਼ਮ ਤੋਂ ਭਾਵ ਹੈ ਗੰਦਗੀ, ਜੰਮੀ ਹੋਈ ਮੈਲ ਨੂੰ ਅਸੀਂ ਸੋਰਾ ਜੰਮੀ ਹੋਈ ਮੈਲ ਨੂੰ ਅਸੀਂ ਮਿਆਜ਼ਮ ਕਹਿ ਦਿੰਦੇ ਹਾਂ। ਮੰਨ ਲਓ ਇੱਕ ਕੱਪੜਾ ਹੈ, ਉਹ ਵਾਰ-ਵਾਰ ਗੰਦਾ ਹੋਈ ਗਿਆ, ਉਹਨੂੰ ਅਸੀਂ ਕਿਸੇ ਸਾਬਣ ਨਾਲ ਧੋਂਦੇ ਹਾਂ ਤਾਂ ਉਹਦੇ ਵਿੱਚੋਂ ਕਾਫੀ ਸਾਰੀ ਮੈਲ ਉਤਰ ਜਾਂਦੀ ਹੈ, ਪਰ ਕੁਝ ਮੈਲ ਜੰਮੀ ਰਹਿ ਜਾਂਦੀ ਹੈ। ਉਸ ਤੋਂ ਬਾਅਦ ਕਿਸੇ ਡਿਟਰਜੈਂਟ ਨਾਲ ਧੋਂਦੇ ਹਾਂ ਤਾਂ ਕੁਝ ਮੈਲ ਹੋਰ ਨਿਕਲ ਜਾਂਦੀ ਹੈ, ਪਰ ਫਿਰ ਕੁਝ ਮੈਲ ਜੰਮੀ ਰਹਿ ਜਾਂਦੀ ਹੈ। ਕੋਈ ਕੈਮੀਕਲ ਉੱਤੇ ਪਾਉਂਦੇ ਹਾਂ, ਫਿਰ ਵੀ ਕੁਝ ਮੈਲ ਨਿਕਲ ਜਾਂਦੀ, ਪਰ ਫਿਰ ਵੀ ਕੁਝ ਜੰਮੀ ਮੈਲ ਰਹਿ ਜਾਂਦੀ, ਜਿਹਨੂੰ ਅਸੀਂ ਤੰਦ ਮੈਲ ਕਹਿ ਦਿੰਦੇ ਹਾਂ। ਉਹ ਤੰਦ ਮੈਲ ਹੀ ਮਿਆਜ਼ਮ ਹੈ। ਮੈਂ ਜੇ ਇਹਨੂੰ ਆਪਣੇ ਮੈਡੀਕਲ ਲੈਂਗੁਏਜ ਦੇ ਵਿੱਚ ਸਮਝਾਉਣ ਦਾ ਯਤਨ ਕਰਾਂ ਤੁਹਾਨੂੰ, ਤਾਂ ਮੇਰੇ ਲਈ ਸਮਝਾਉਣਾ ਜਾਂ ਕਹਿਣਾ ਤਾਂ ਸੌਖਾ ਹੋਵੇਗਾ, ਪਰ ਤੁਹਾਡੇ ਲਈ ਸਮਝਣਾ ਔਖਾ ਹੋਵੇਗਾ। ਇਸ ਲਈ ਮੈਂ ਤੁਹਾਨੂੰ ਇੱਕ ਜਿਹੜੀ ਆਪਣੀ ਨੋਰਮਲ ਲੈਂਗੁਏਜ ਹੈਗੀ ਆ ਉਹਦੇ ਵਿੱਚ ਹੀ ਮੈਂ ਤੁਹਾਨੂੰ ਸਮਝਾਉਣਾ ਹੈ ਕਿ ਮਿਆਜ਼ਮ ਕੀ ਚੀਜ਼ ਆ। ਮਿਆਜ਼ਮ ਇੱਦਾਂ ਦੀ ਉਹ ਗੰਦੀ ਮੈਲ ਜਿਹਨੂੰ ਅਸੀਂ ਤੰਦ ਮੈਲ ਕਹਿ ਦਿੰਦੇ ਹਾਂ, ਉਹ ਸਾਡੀ ਬਾਡੀ ਦੇ ਵਿੱਚ ਇੱਕ ਸਾਡੇ ਤੱਕ ਹੀ ਸੀਮਿਤ ਨਹੀਂ ਰਹਿੰਦੀ, ਬਲਕਿ ਪੀੜ੍ਹੀ ਦਰ ਪੀੜ੍ਹੀ ਉਹ ਚੱਲਦੀ ਰਹਿੰਦੀ ਹੈ। ਉਸ ਮੈਲ ਨੂੰ ਅਸੀਂ ਮਿਆਜ਼ਮ ਕਹਿੰਦੇ ਹਾਂ। ਸੋਰਾ, ਡਾਕਟਰ ਹੈਨੇਮਨ ਸ਼ਮਿਊਲ ਜਿਹੜੇ ਹੋਮੋਪੈਥਿਕ ਦੇ ਬਾਨੀ ਹੋਏ ਨੇ ਜੀ, ਫਾਦਰ ਆਫ ਹੋਮੋਪੈਥਿਕ ਜਿਹਨਾਂ ਨੂੰ ਅਸੀਂ ਕਹਿੰਦੇ, ਜਿਨ੍ਹਾਂ ਨੇ ਫਾਊਂਡਰ ਸੀ ਹੋਮੋਪੈਥਿਕ ਦੇ, ਜਿਨ੍ਹਾਂ ਨੇ ਕਾਢ ਕੱਢੀ ਕਿ ਅਲਟਰਨੇਟਿਵ ਮੈਡੀਸਨ ਜਿਹੜੀ ਹੈਗੀ ਆ ਐਲੋਪੈਥਿਕ ਤੋਂ ਇਲਾਵਾ ਹੋਰ ਵੀ ਕੁਝ ਹੈ ਜਿਹਦੇ ਨਾਲ ਸਰੀਰ ਨੂੰ ਨਿਰੋਗੀ ਰੱਖਿਆ ਜਾ ਸਕਦਾ ਹੈ, ਸਰੀਰ ਨੂੰ ਠੀਕ ਕੀਤਾ ਜਾ ਸਕਦਾ ਹੈ ਅਤੇ ਉਹ ਭਿਆਨਕ ਬਿਮਾਰੀਆਂ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ। ਜਦੋਂ ਉਹ ਇਸ 'ਤੇ ਰਿਸਰਚ ਕਰਦੇ ਸਨ ਤਾਂ ਉਹਨਾਂ ਨੂੰ ਵੀ ਲੱਗਿਆ ਕਿ ਕੁਝ ਬਿਮਾਰੀਆਂ ਇੱਦਾਂ ਦੀਆਂ ਹਨ ਜਿਨ੍ਹਾਂ 'ਤੇ ਕੋਈ ਦਵਾਈਆਂ ਅਸਰ ਨਹੀਂ ਕਰਦੀਆਂ ਜੀ। ਫਿਰ ਉਹਨਾਂ ਨੇ ਉਹਨਾਂ ਬੋਡੀਆਂ ਦਾ ਨਿਰੀਖਣ ਕੀਤਾ, ਉਹਨਾਂ ਦੇ ਸਿੰਪਟਮ ਲਏ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਉਹ ਮੈਲ ਜੰਮੀ ਹੋਈ ਸੀ, ਚਾਹੇ ਉਹ ਉਹਨਾਂ ਦੀ ਬਾਡੀ ਨੇ ਆਪਣੇ ਆਪ ਉਹਨੂੰ ਅਟਰੈਕਟਿਵ ਕੀਤਾ ਜਾਂ ਉਹ ਉਹਨਾਂ ਨੂੰ ਜੈਨੇਟਿਕ ਵਿੱਚ ਮਿਲੀ। ਮਤਲਬ ਉਹਨਾਂ ਦੇ ਜੀਨਸ ਦੇ ਵਿੱਚ ਆਈ, ਪਿੱਛੋਂ ਆਈ, ਕਿਉਂਕਿ ਤੰਦ ਮੈਲ ਸੀ, ਖਤਮ ਨਾ ਹੋਣ ਵਾਲੀ ਮੈਲ। ਗੰਦਗੀ ਬਾਡੀ ਦੇ ਅੰਦਰ ਹਾਂਜੀ। ਜਦੋਂ ਅਸੀਂ ਗੰਦਗੀ ਬਾਰੇ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਮੈਂ ਉਸ ਦਿਨ ਵੀ ਗੱਲ ਕੀਤੀ ਕਿ ਮਨ ਨੂੰ ਲੱਗੀਆਂ ਹੋਈਆਂ ਮੈਲਾਂ ਜਿਹੜੀਆਂ ਹਨ ਉਹ ਬੰਦੇ ਦੀਆਂ ਬਿਮਾਰੀਆਂ ਦਾ ਕਾਰਨ ਬਣਦੀਆਂ ਹਨ, ਚਾਹੇ ਕੋਈ ਵੀ ਹੈ। ਕੁਦਰਤ ਦਾ ਅਤੇ ਹੋਮੋਪੈਥਿਕ ਦਾ ਆਪਾਂ ਉਸ ਦਿਨ ਵੀ ਸੁਮੇਲ ਦੀ ਗੱਲ ਕਰਦੇ ਸੀ ਕਿ ਬਹੁਤ ਸਾਰਾ ਇਹਦੇ ਵਿੱਚ ਸਿਮਿਲਰ ਹੈ। ਕੁਦਰਤ ਅਨੁਸਾਰ ਕਾਮ, ਕ੍ਰੋਧ, ਲੋਭ, ਹੰਕਾਰ ਜੋ ਹੈ ਇਹ ਮੁੱਖ ਔਗਣ ਹਨ। ਜਿੱਥੇ ਗੁਣ ਹਨ ਉੱਥੇ ਔਗਣ ਵੀ ਹਨ। ਜਿਵੇਂ ਕਾਮ ਸੰਸਾਰ ਦੀ ਉਤਪਤੀ ਵਾਸਤੇ ਜ਼ਰੂਰੀ ਹੈ, ਪਰ ਹਮੇਸ਼ਾ ਹੀ ਆਪਣੇ ਖਿਆਲਾਂ ਨੂੰ ਜੋ ਅਸ਼ੁੱਧ ਕਰ ਲੈਣਾ ਕਾਮ ਰਾਹੀਂ, ਉਹ ਇੱਕ ਬਿਮਾਰੀ ਦਾ ਕਾਰਨ ਹੈ ਜੀ। ਇਸੇ ਤਰ੍ਹਾਂ ਜਿਵੇਂ ਕ੍ਰੋਧ ਹੈ, ਅਗਰ ਕ੍ਰੋਧ ਨਹੀਂ ਹੋਵੇਗਾ ਤਾਂ ਅਸੀਂ ਆਪਣੇ ਆਤਮ ਸਨਮਾਨ ਨੂੰ ਮਜ਼ਬੂਤ ਨਹੀਂ ਰੱਖ ਸਕਦੇ। ਸਾਡੀ ਜੋ ਡਿਫੈਂਸ ਹੈ, ਸਾਡੀ ਆਰਮੀ ਹੈ, ਦੂਜੇ ਦੇਸ਼ ਦੇ ਮਾੜੇ ਮਨਸੂਬਿਆਂ ਨੂੰ ਦੇ ਵਿਰੁੱਧ ਉਹਨੇ ਲੜਨਾ ਹੋਵੇ ਤਾਂ ਬਿਨਾਂ ਕ੍ਰੋਧ ਤੋਂ ਨਹੀਂ ਲੜ ਹੋਣਾ। ਪਰ ਹਰ ਟਾਈਮ ਆਪਣੇ ਮਨ ਅੰਦਰ ਕ੍ਰੋਧਿਤ ਹੋਏ ਰਹਿਣਾ, ਆਪਣੇ ਆਪ 'ਤੇ, ਆਪਣੇ ਬੱਚਿਆਂ 'ਤੇ, ਆਪਣੇ ਸਮਾਜ 'ਤੇ, ਆਪਣੇ ਦੇਸ਼ ਦੇ ਪ੍ਰਤੀ ਕੁਝ ਲੋਕ ਕ੍ਰੋਧਿਤ ਹੁੰਦੇ ਹਨ। ਇਹੋ ਜਿਹਾ ਕ੍ਰੋਧ ਜਿਹੜਾ ਹੈ ਉਹਨਾਂ ਦੇ ਮਨ 'ਤੇ ਡੂੰਘਾ ਅਸਰ ਕਰ ਜਾਂਦਾ ਹੈ। ਗੁਰਬਾਣੀ ਅਨੁਸਾਰ ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉਂ ਕੰਚਨ ਸੁਹਾਗਾ ਢਾਲੇ। ਜਿਵੇਂ ਸੋਨੇ ਨੂੰ ਜੋ ਬੋਰਿਕ ਐਸਿਡ ਹੈ, ਜਿਹਨੂੰ ਅਸੀਂ ਸੁਹਾਗਾ ਕਹਿ ਦਿੰਦੇ ਹਾਂ, ਉਹਦੇ 'ਤੇ ਪਾਉਣ ਨਾਲ ਅਤੇ ਥੋੜ੍ਹੀ ਗਰਮੈਸ਼ ਦੇਣ ਨਾਲ ਸੋਨਾ ਢਲ ਜਾਂਦਾ ਹੈ। ਉੱਦਾਂ ਸੋਨਾ 1064 ਡਿਗਰੀ ਸੈਲਸੀਅਸ ਤੱਕ ਜਾ ਕੇ ਢਲਦਾ ਹੈ, ਪਰ ਬੋਰਿਕ ਐਸਿਡ ਜਿਹਨੂੰ ਸੁਹਾਗਾ ਕਹਿੰਦੇ ਉਹ ਪਾਉਣ ਨਾਲ ਛੇਤੀ ਢਲ ਜਾਂਦਾ ਹੈ। ਇਸੇ ਤਰ੍ਹਾਂ ਹੀ ਕਾਮ ਅਤੇ ਕ੍ਰੋਧ
ਕਾਇਆ ਨੂੰ ਗਾਲ ਦਿੰਦੇ ਹਨ, ਸਰੀਰ ਨੂੰ ਗਾਲ ਦਿੰਦੇ ਹਨ। ਅਗਰ ਵਿਚਾਰਾਂ ਵਿੱਚ ਗੰਦਗੀ ਹੋਊਗੀ ਜਾਂ ਮਨ ਤੱਕ ਅਸਰ ਕਰ ਜਾਣਗੇ ਤੇ ਕਾਮ ਕ੍ਰੋਧ ਦੋਨੇ ਸੋਰਾ ਦੀ ਇੱਕ ਮੁੱਖ ਨਿਸ਼ਾਨੀ ਹੈ। ਇਸ ਤੋਂ ਇਲਾਵਾ ਜਿਵੇਂ ਅਸੀਂ ਹੰਕਾਰ ਦੀ ਗੱਲ ਕਰੀਏ, ਡਾਕਟਰ ਹੈਨੀਮਨ ਜਦੋਂ ਇਸ ਚੀਜ਼ 'ਤੇ ਰਿਸਰਚ ਕਰਦੇ ਸਨ ਤੇ ਉਹਨਾਂ ਨੇ ਆਪਣੇ ਇਸ ਮੈਡੀਕਲ ਕਾਲ ਦੇ ਵਿੱਚ ਦੇਖਿਆ ਕਿ ਬਹੁਤ ਸਾਰੇ ਲੋਕ ਜਿਹੜੇ ਕਿ ਸਾਇੰਟਿਸਟ ਸਨ, ਪ੍ਰੋਫੈਸਰ ਸਨ, ਫਿਲਾਸਫਰ ਸਨ, ਡਾਕਟਰ ਸਾਹਿਬ ਲਿਖਦੇ ਹਨ ਕਿ ਉਹਨਾਂ ਦੇ ਵਿੱਚ ਈਗੋ ਲੈਵਲ ਇੰਨਾ ਵੱਧ ਚੁੱਕਾ ਸੀ ਕਿ ਉਹ ਆਪਣੇ ਨੇਲ ਨਹੀਂ ਕੱਟਦੇ ਸਨ, ਉਹ ਆਪਣੀ ਦਾੜੀ ਨਹੀਂ ਸਵਾਰਦੇ ਸਨ, ਆਪਣੇ ਵਾਲ ਨਹੀਂ ਸਵਾਰਦੇ ਸਨ। ਲੰਬੀਆਂ ਦਾੜੀਆਂ ਵੱਡੀਆਂ ਹੋ ਜਾਂਦੀਆਂ ਸਨ, ਬਿਖਰੇ ਵਾਲ ਹੁੰਦੇ ਸੀ ਉਹਨਾਂ ਦੇ, ਕਫ ਕਾਲਰ ਗੰਦੇ ਹੁੰਦੇ ਸੀ, ਮੈਲੇ ਕੁਚਾਲੇ ਕੱਪੜੇ ਤੇ ਨਹਾਉਂਦੇ ਵੀ ਨਹੀਂ ਸਨ। ਈਗੋ ਲੈਵਲ ਇੰਨਾ ਵੱਧ ਗਿਆ, ਭਾਵ ਹੰਕਾਰ ਨੇ ਮਨ ਤੱਕ ਅਸਰ ਕਰ ਦਿੱਤਾ। ਤਾਂ ਬਾਅਦ 'ਚ ਡਾਕਟਰ ਸਾਹਿਬ ਲਿਖਦੇ ਹਨ ਕਿ ਉਹਨਾਂ ਦਾ ਐਂਡ ਆਫ ਦ ਲਾਈਫ, ਜੋ ਉਹਨਾਂ ਦੀ ਡੈਥ ਦੇ ਟਾਈਮ ਤੇ ਉਹ ਕਿਸੇ ਭਿਆਨਕ ਬਿਮਾਰੀ ਨਾਲ ਮਰੇ। ਇਹਦਾ ਮਤਲਬ ਹੈ ਕਿ ਉੱਥੇ ਵੀ ਸੋਰਾ ਨੇ ਆਪਣਾ ਅਸਰ ਮਨ ਤੱਕ ਕਰ ਦਿੱਤਾ ਸੀ। ਹੁਣ ਮੈਂ ਗੱਲ ਕਰਾਂਗਾ ਕਿ ਸੋਰਾ ਦਾ ਸਾਨੂੰ ਕਿੱਦਾਂ ਪਤਾ ਲੱਗਦਾ ਹੈ। ਸਾਨੂੰ ਸੋਰਾ ਬਾਰੇ ਅਗਰ ਅਸੀਂ ਜਾਣਕਾਰੀ ਲੈਣੀ ਹੋਵੇ ਤਾਂ ਮੈਂ ਦੇਖਦਾ ਕਿ ਜਦੋਂ ਅਸੀਂ ਕ੍ਰੋਨਿਕ ਡਿਸੀਜ਼ਡ ਪੇਸ਼ੈਂਟ ਦੇਖਦੇ ਹਾਂ, ਬਾਹਰੀ ਦੇਖਣ ਸਾਰ ਜਿਨ੍ਹਾਂ ਨੂੰ ਅਸੀਂ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਦੇਖਦੇ ਹਾਂ, ਜਿਵੇਂ ਕਿ ਕੋਈ ਸਾਡੇ ਕੋਲ ਆਰਥਰਾਈਟਿਸ ਦਾ ਪੇਸ਼ੈਂਟ ਆ ਗਿਆ, ਡਾਇਬਟਿਕ ਦਾ ਆ ਗਿਆ, ਜਾਂ ਹਾਈਪਰਟੈਂਸ਼ਨ ਦਾ ਆ ਗਿਆ, ਇਸ ਤੋਂ ਇਲਾਵਾ ਕੋਈ ਅਸਥਮੈਟਿਕ ਇਨਫੈਕਸ਼ਨ ਦੇ ਪੇਸ਼ੈਂਟ ਆ ਗਏ, ਅਸਥਮਾ ਵਾਲੇ ਪੇਸ਼ੈਂਟ ਆ ਗਏ, ਤਾਂ ਮੈਂ ਦੇਖਦਾ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਪੁਰਾਤਨ ਸਮੇਂ ਦੇ ਵਿੱਚ, ਡਾਕਟਰ ਹੈਨੀਮਨ ਸ਼ਮੂਲ ਵੀ ਇਹ ਕਹਿੰਦੇ ਹਨ ਕਿ ਉਹਨਾਂ ਨੂੰ ਪੁਰਾਤਨ ਸਮੇਂ ਦੇ ਵਿੱਚ ਬਚਪਨ ਤੋਂ ਲੈ ਕੇ ਉਸ ਭਿਆਨਕ ਬਿਮਾਰੀ ਦਾ ਸ਼ਿਕਾਰ ਹੋਣ ਤੱਕ ਉਹਨਾਂ ਦੇ ਸਰੀਰ 'ਤੇ ਕਿਤੇ ਨਾ ਕਿਤੇ ਰਿੰਗਵਰਮ, ਖਾਜ ਜਾਂ ਇੱਛ ਜ਼ਰੂਰ ਹੋਏਗੀ। ਖਾਰਿਸ਼ ਜਿਹਨੂੰ ਅਸੀਂ ਕਹਿੰਦੇ ਹਾਂ, ਸਕੈਬੀਜ਼ ਜਿਹੜੀਆਂ ਹੁੰਦੀਆਂ ਉਹ ਹੋਈ ਹੋਵੇਗੀ। ਅਤੇ ਉਸ ਨੂੰ ਕਿਸੇ ਐਲੋਪੈਥਿਕ ਅੰਗਰੇਜ਼ੀ ਦਵਾਈਆਂ, ਲੋਸ਼ਨ, ਕਰੀਮ ਜਾਂ ਕਿਸੇ ਐਂਟੀ ਐਲਰਜਿਕ ਜਾਂ ਸਟੀਰੋਇਡ ਦਵਾਈਆਂ ਦੇ ਨਾਲ ਉਹ ਸਰੀਰ 'ਤੇ ਲਗਾਉਣ ਨਾਲ ਉਹਨੂੰ ਬਾਹਰੀ ਤੌਰ 'ਤੇ ਖ਼ਤਮ ਕਰ ਦਿੱਤਾ ਗਿਆ ਹੋਵੇਗਾ, ਪਰ ਉਹ ਖ਼ਤਮ ਨਹੀਂ ਹੋਈ, ਉਹ ਬਾਡੀ ਦੇ ਅੰਦਰ ਚਲੇਗੀ। ਹੋਮੋਪੈਥਿਕ ਅਨੁਸਾਰ ਜੋ ਬਾਹਰੀ ਚਮੜੀ ਹੈ, ਇਸ ਨੂੰ ਗੈਰ ਜ਼ਰੂਰੀ ਅੰਗ ਮੰਨਿਆ ਜਾਂਦਾ ਹੈ ਅਤੇ ਇੰਟਰਨਲ ਔਰਗਨ ਜਿਹੜੇ ਹਨ ਉਹ ਜ਼ਿਆਦਾ ਜ਼ਰੂਰੀ ਮੰਨੇ ਜਾਂਦੇ ਹਨ। ਆਪਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਇੰਟਰਨਲ ਔਰਗਨ ਅਗਰ ਬਿਮਾਰ ਹੁੰਦੇ ਹਨ ਤਾਂ ਮਨੁੱਖ ਦਾ ਬਚਣਾ ਸੌਖਾ ਨਹੀਂ ਹੈ। ਚਮੜੀ ਅਗਰ ਬਿਮਾਰ ਹੁੰਦੀ ਹੈ ਤਾਂ ਕੋਈ ਵੱਡੀ ਗੱਲ ਨਹੀਂ, ਚਮੜੀ ਨੂੰ ਠੀਕ ਕੀਤਾ ਜਾ ਸਕਦਾ। ਹੋਮੋਪੈਥਿਕ ਅਨੁਸਾਰ ਅਗਰ ਬਾਹਰੀ ਸਰੀਰ 'ਤੇ ਨਿਕਲਿਆ ਹੋਏ ਸੋਰੇ ਨੂੰ ਖਤਮ ਕਰਦੇ ਹਾਂ ਤਾਂ ਉਹ ਸਰੀਰ ਦੇ ਅੰਦਰ ਚਲੇ ਜਾਂਦਾ ਹੈ। ਉਸ ਤੋਂ ਬਾਅਦ ਉਸਦੇ ਮਨ ਵਿੱਚ ਤਬਦੀਲੀਆਂ ਆਉਂਦੀਆਂ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹਦਾ ਮਨ ਫਿਰ ਵਿਕਾਰਾਂ ਨਾਲ ਭਰਦਾ ਹੈ, ਮਨ ਫਿਰ ਵਿਚਾਰ ਅਸ਼ੁੱਧ ਹੋ ਜਾਂਦੇ ਹਨ, ਜਿੱਥੋਂ ਫਿਰ ਉਹ ਬਿਮਾਰੀਆਂ ਧਾਰਨ ਕਰਦਾ ਹੈ। ਜੀ, ਅਤੇ ਉਹਦਾ ਫਿਰ ਵਿਅਕਤੀ ਨੂੰ ਕਿੱਦਾਂ ਪਤਾ ਲੱਗਦਾ ਅਤੇ ਇਹਦੇ ਇਲਾਜ ਕੀ ਨੇ, ਕਿਵੇਂ ਇਸ ਨੂੰ ਸਾਫ਼ ਕੀਤਾ ਜਾਵੇ? ਕਿਉਂਕਿ ਬਹੁਤ ਜ਼ਰੂਰੀ, ਜਾਂ ਆਪਾਂ ਕੋਈ ਭਾਂਡਾ ਵੀ ਹੋਵੇ ਗੰਦਾ ਹੋਇਆ ਹੋਵੇ, ਅਸੀਂ ਉਹਨੂੰ ਸਾਫ਼ ਕਰਦੇ ਹਾਂ, ਉਹ ਦਿਸਦਾ, ਬਿਲਕੁਲ, ਪਰ ਜਿਹੜੀ ਸਾਡੀ ਬਾਡੀ ਦੇ ਅੰਦਰ ਗੰਦ ਹੈ ਉਹ ਥੋੜ੍ਹੀ ਦਿਸਦਾ, ਉਹ ਦਿਸਦਾ ਨਹੀਂ। ਬਿਲਕੁਲ ਠੀਕ, ਉਹਨੂੰ ਫਿਰ ਕਿੱਦਾਂ ਸਾਫ਼ ਕੀਤਾ ਜਾਵੇ? ਬਿਲਕੁਲ ਠੀਕ ਹੈ। ਬਾਹਰੋਂ ਸੋਹਣੇ ਦਿਸਣ ਵਾਲੇ ਲੋਕਾਂ ਨੂੰ, ਜਿਨ੍ਹਾਂ ਦੀ ਚਮੜੀ ਸਾਫ਼ ਹੈ, ਅਸੀਂ ਸਾਰੇ ਕਹਿੰਦੇ ਹਾਂ ਕਿ ਬਹੁਤ ਸੋਹਣਾ ਹੈ, ਹਾਂਜੀ, ਪਰ ਉਹਦੇ ਅੰਦਰ ਕੀ ਚੱਲ ਰਿਹਾ ਹੈ ਕਿਸੇ ਨੂੰ ਕੁਝ ਨਹੀਂ ਪਤਾ। ਉਹਦੇ ਮਨ ਦੀ ਅਵਸਥਾ ਕੀ ਹੈ ਕਿਸੇ ਨੂੰ ਨਹੀਂ ਪਤਾ। ਜਦੋਂ ਅਸੀਂ ਉਹਦੇ ਨਾਲ ਬੈਠਦੇ ਹਾਂ, ਉਹਦੇ ਨਾਲ ਗੱਲਾਂ ਕਰਦੇ ਹਾਂ, ਫਿਰ ਸਾਨੂੰ ਪਤਾ ਲੱਗਦਾ ਹੈ, ਜਾਂ ਉਹਦੇ ਨਾਲ ਵਿਚਰਦੇ ਹਾਂ, ਸਾਡਾ ਕੁਝ ਟਾਈਮ ਨਾਲ ਰਾਬਤਾ ਹੁੰਦਾ ਹੈ, ਫਿਰ ਸਾਨੂੰ ਪਤਾ ਲੱਗਦਾ ਹੈ ਕਿ ਅੰਦਰੋਂ ਸੁਭਾਅ ਦਾ ਯਾਰ ਮਾੜਾ ਇਹ। ਇਹਦਾ ਮਤਲਬ ਹੈ ਕਿਤੇ ਨਾ ਕਿਤੇ ਉਹ ਵੀ ਅੰਦਰੋਂ ਆਪਣੇ ਅੰਦਰ ਰੋਗ ਪੈਦਾ ਕਰ ਰਿਹਾ ਹੁੰਦਾ ਹੈ। ਸਾਨੂੰ ਪਤਾ ਕਦੋਂ ਲੱਗਦਾ? ਜਦੋਂ ਅਸੀਂ ਸਿੰਪਟਮ ਲੈਂਦੇ ਹਾਂ। ਬਾਹਰੀ ਚਮੜੀ 'ਤੇ ਅਗਰ ਕਿਸੇ ਦੀ ਚਮੜੀ ਕਰੂਪ ਹੋ ਜਾਂਦੀ ਹੈ, ਅਸੀਂ ਉਹਨੂੰ ਗੰਦਾ ਕਹਿੰਦੇ ਹਾਂ, ਪਰ ਹੋ ਸਕਦਾ ਉਹਦੇ ਇੰਟਰਨਲ ਔਰਗਨ ਜਿਹੜੇ ਹੈਗੇ ਉਹ ਸਾਰੇ ਮਜ਼ਬੂਤ ਹੋਣ ਅਤੇ ਲੰਮਾ ਸਮਾਂ ਉਹ ਜ਼ਿੰਦਗੀ ਵਿੱਚ ਜੀ ਸਕਦਾ ਹੋਵੇ। ਹੁਣ ਜਦੋਂ ਅਸੀਂ ਉਹਦੇ ਸਿੰਪਟਮ ਲਵਾਂਗੇ, ਅਸੀਂ ਉਹਦੇ ਨਾਲ ਗੱਲਬਾਤ ਕਰਾਂਗੇ, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇਹਦੀ ਬਿਮਾਰੀ ਇਹ ਕਿਉਂ ਆਈ। ਹੁਣ ਡਾਕਟਰ ਹੈਨੀਮਨ ਕਹਿੰਦੇ ਹਨ ਕਿ 85% ਤੱਕ ਦਾ ਜਿਹੜਾ ਸੋਰਾ ਮਿਆਜ਼ਮ ਹੈ ਉਹ ਮਨੁੱਖ ਦੀ ਬਾਡੀ ਆਪ ਗ੍ਰਹਿਣ ਕਰਦੀ ਹੈ, ਕਿਸੇ ਵੀ ਤਰੀਕੇ ਨਾਲ ਕਰੇ ਜੀ। ਅਤੇ 15% ਜਿਹੜਾ ਹੈਗਾ, ਸਿਰਫ 15% ਜਿਹੜਾ ਹੈਗਾ ਸਾਨੂੰ ਜੈਨੇਟਿਕ ਮਿਲਦਾ ਹੈ। ਇਹਦਾ ਮਤਲਬ ਹੈ ਜਦੋਂ ਜੈਨੇਟਿਕ ਅਸੀਂ ਦੇਖਦੇ ਹਾਂ, ਕੋਈ ਭਿਆਨਕ ਬਿਮਾਰੀਆਂ ਦੇ ਰੋਗੀ ਜਦੋਂ ਕ੍ਰੋਨਿਕ ਡਿਸੀਜ਼ ਦੇ ਸਾਡੇ ਕੋਲ ਆਉਂਦੇ ਹਨ, ਤਾਂ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਤੈਨੂੰ ਅਸਥਮਾ ਹੋਇਆ, ਕਿੱਦਾਂ ਹੋਇਆ? ਉਹ ਕਹਿੰਦਾ ਜੀ ਮੈਨੂੰ ਤਾਂ ਪਤਾ ਨਹੀਂ, ਕੁਝ ਆਹ ਚੀਜ਼ਾਂ ਖਾਂਦਾ ਸੀ ਮੈਂ, ਇੱਦਾਂ ਮੈਂ ਠੰਡ ਵਿੱਚ ਗਿਆ ਸੀ ਤਾਂ ਉੱਥੇ ਮੈਨੂੰ ਹੋ ਗਿਆ ਸੀ, ਆਹ ਚੀਜ਼ਾਂ ਖਾਣ ਨਾਲ ਹੋ ਗਿਆ ਸੀ। ਪਰ ਜਦੋਂ ਅਸੀਂ ਉਹਦੀ ਹਿਸਟਰੀ ਦੇਖਦੇ ਹਾਂ ਤਾਂ ਅਸੀਂ ਜੈਨੇਟਿਕ ਵੱਲ ਚੱਲਦੇ ਹਾਂ ਕਿ ਤੇਰੀ ਦਾਦੀ ਨੂੰ ਜਾਂ ਮਾਂ, ਨਾਨੀ ਜਾਂ ਮਾਂ ਨੂੰ ਤਾਂ ਨਹੀਂ ਸੀ। ਉਹਦੇ ਵਿੱਚ ਉਹਦਾ ਕਿਤੇ ਜਵਾਬ ਆਉਂਦਾ ਹੈ ਹਾਂ ਜਾਂ ਨਾ। ਫਿਰ ਅਸੀਂ ਪੁੱਛਦੇ ਹਾਂ ਬਾਪ ਨੂੰ ਜਾਂ ਦਾਦੇ ਨੂੰ ਤਾਂ ਨਹੀਂ ਸੀ, ਉਹਦਾ ਕਿਤੇ ਜਵਾਬ ਹਾਂ ਵਿੱਚ ਆਉਂਦਾ ਹੈ। ਜੇ ਉੱਥੋਂ ਨਹੀਂ ਮਿਲਦਾ ਤਾਂ ਅਸੀਂ ਫੈਮਿਲੀ ਟਰੀ ਚਾਰਟ ਚੈੱਕ ਕਰਦੇ ਹਾਂ, ਮਾਮੇ, ਮਾਸੀਆਂ, ਚਾਚੇ, ਭੂਆ, ਉਹਨਾਂ ਵਿੱਚੋਂ ਅਸੀਂ ਦੇਖਦੇ ਹਾਂ ਵੀ ਕਿਤੇ ਹੈ ਸੀ ਇਹਨਾਂ ਦੇ ਸਿੰਪਟਮ, ਤਾਂ ਕਿਤੇ ਨਾ ਕਿਤੇ ਉਹ ਜ਼ਰੂਰ ਨਿਕਲ ਆਉਂਦਾ ਹੈ। ਹਾਂਜੀ, ਇਸ ਦਾ ਮਤਲਬ ਹੈ ਕਿ ਮਿਆਜ਼ਮ ਜਿਹੜਾ ਹੈ ਉਹ ਪੀੜ੍ਹੀ ਦਰ ਪੀੜ੍ਹੀ ਚੱਲਣ ਵਾਲਾ ਹੈ। ਅਸੀਂ ਉਦੋਂ ਵੀ ਗੱਲ ਕੀਤੀ ਸੀ ਕਿ ਜੇ ਅਸੀਂ ਇਹਨੂੰ ਇੱਥੇ ਹੀ ਰੋਕ ਲਗਾ ਦਈਏ ਤਾਂ ਅਸੀਂ ਆਪ ਵੀ ਬਚ ਸਕਦੇ ਹਾਂ ਅਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਵੀ ਇਹਨਾਂ ਬਿਮਾਰੀਆਂ ਤੋਂ ਬਚਾ ਸਕਦੇ ਹਾਂ, ਭਿਆਨਕ ਬਿਮਾਰੀਆਂ ਤੋਂ। ਰੋਕਣ ਲਈ
ਹੋਮੋਪੈਥਿਕ ਅਨੁਸਾਰ ਇਹਦੀਆਂ ਬਹੁਤ ਸਾਰੀਆਂ ਦਵਾਈਆਂ ਬਣੀਆਂ ਇਹਨੂੰ ਰੋਕਣ ਲਈ। ਇਹਨੂੰ ਸਰੀਰ ਦੇ ਵਿੱਚੋਂ ਦੁਬਾਰਾ ਬਾਹਰ ਕੱਢਿਆ ਜਾਂਦਾ ਹੈ, ਬਾਹਰ ਕੱਢ ਕੇ ਇਹਨੂੰ ਖਤਮ ਕੀਤਾ ਜਾਂਦਾ ਹੈ। ਜਿਹੜੀਆਂ ਚਮੜੀ ਉੱਪਰ ਨਿਸ਼ਾਨੀਆਂ ਆਉਂਦੀਆਂ ਹਨ ਤੇ ਅਸੀਂ ਦਿਖਾਉਂਦੇ ਹਾਂ ਕਿ ਗੰਦਗੀ ਤੁਹਾਡੇ ਅੰਦਰ ਸੀ ਤੇ ਉਹ ਬਾਹਰ ਨਿਕਲ ਗਈ ਆ, ਬਾਹਰ ਨਿਕਲ ਕੇ ਖਤਮ ਹੁੰਦੀ ਹੈ। ਓਕੇ, ਬਿਲਕੁਲ ਜੀ। ਨਹੀਂ ਉਹਦਾ ਇਲਾਜ ਫਿਰ ਕੀ ਹੈ? ਤੁਸੀਂ ਦਿਖਾਉਂਦੇ ਤਾਂ ਹੈ, ਮਤਲਬ ਵਿਅਕਤੀ ਨੂੰ ਜਦੋਂ ਪਤਾ ਲੱਗਦਾ ਕਿ ਕਈ ਵਾਰੀ ਬਹੁਤ ਸਾਰੀਆਂ ਬਿਮਾਰੀਆਂ, ਜਿੱਦਾਂ ਤੁਸੀਂ ਸੋਰਾ ਦੀ ਗੱਲ ਕੀਤੀ ਹੈ, ਇਹ ਪੀੜ੍ਹੀ ਦਰ ਪੀੜ੍ਹੀ ਚੱਲੀ ਆਉਂਦੀ ਹੈ, ਬਿਲਕੁਲ, ਪਰ ਵਿਅਕਤੀ ਨੂੰ ਆਪਣੇ ਆਪ ਨੂੰ ਤਾਂ ਪਤਾ ਲੱਗਦਾ ਹੀ ਹੋਵੇਗਾ ਕਿ ਮੇਰੀ ਬਾਡੀ ਦੇ ਵਿੱਚ ਆ ਕੀ ਹੈ। ਨਹੀਂ, ਉਹਨੂੰ ਕੁਝ ਵੀ ਨਹੀਂ ਪਤਾ ਲੱਗਦਾ ਕਿਉਂਕਿ ਉਹਨੂੰ ਇਸ ਚੀਜ਼ ਦੀ ਜਾਣਕਾਰੀ ਨਹੀਂ ਹੈਗੀ। ਉਹ ਇੰਟਰਨਲ ਬਾਡੀ ਕੈਮੀਕਲ ਰਿਐਕਸ਼ਨ ਬਾਰੇ ਬਿਲਕੁਲ ਨਹੀਂ ਜਾਣਦਾ ਕਿਉਂਕਿ ਉਹਨੇ ਇਸ ਚੀਜ਼ ਨੂੰ ਪੜ੍ਹਿਆ ਹੀ ਨਹੀਂ ਵਿਚਾਰੇ ਨੇ। ਜਦੋਂ ਉਹ ਕਿਸੇ ਡਾਕਟਰ ਨਾਲ ਗੱਲ ਕਰੂ, ਕਿਸੇ ਫਿਜ਼ੀਸ਼ੀਅਨ ਨਾਲ ਗੱਲ ਕਰੂ, ਜਿਹੜਾ ਉਹਦਾ ਮਾਹਰ ਹੋਊਗਾ ਉਹਦੇ ਨਾਲ ਗੱਲ ਕਰੂਗਾ ਤੇ ਉਹ ਉਹਨੂੰ ਦੱਸ ਪਾਊਗਾ ਕਿ ਕਿੱਥੇ, ਕਿਉਂਕਿ ਜਦੋਂ ਉਹਦੀ ਪਿਛਲੀ ਹਿਸਟਰੀ ਨੂੰ ਸਾਰੀ ਨੂੰ ਦੇਖਿਆ ਜਾਊਗਾ, ਉਹਦੇ ਸਿੰਪਟਮ ਲਵਾਂਗੇ, ਉਹਦੇ ਮਨ ਦੀ ਸਥਿਤੀ ਨੂੰ ਜਾਂਚਾਂਗੇ ਤੇ ਉਹਨੂੰ ਸਮਝਾ ਦੇਵਾਂਗੇ ਕਿ ਸੋਰਾ ਇੱਥੇ ਬੈਠਾ ਹੈ ਤੇ ਇਹਨੂੰ ਕੱਢਣ ਦਾ ਤਰੀਕਾ ਹੋਮੋਪੈਥਿਕ ਵਿੱਚ ਬਹੁਤ ਹੀ ਆਸਾਨ ਹੈ। 1 ਹਫ਼ਤੇ ਵਿੱਚ ਜਾਂ 2 ਹਫ਼ਤਿਆਂ ਦੇ ਵਿੱਚ ਉਹ ਸੋਰਾ ਜਿਹੜਾ ਬਾਹਰ ਆ ਜਾਂਦਾ। ਉਹੀ ਦਵਾਈਆਂ ਜਿਹੜੀਆਂ ਪਹਿਲਾਂ ਉਹਨੂੰ ਅਸਰ ਨਹੀਂ ਕਰ ਰਹੀਆਂ ਹੁੰਦੀਆਂ, ਉਹੀ ਦਵਾਈਆਂ ਉਹਨੂੰ ਅਸਰ ਕਰਨਾ ਸ਼ੁਰੂ ਕਰ ਦਿੰਦੀਆਂ। ਤੇ ਤੁਹਾਡੇ ਨਾਲ ਕਿੱਦਾਂ ਤਾਲਮੇਲ ਹੋ ਸਕਦਾ? ਮੇਰਾ ਫੋਨ ਨੰਬਰ ਤੁਸੀਂ ਦਰਸ਼ਕਾਂ ਨੂੰ ਦੇ ਸਕਦੇ ਹੋ। ਇਹ ਫੋਨ ਨੰਬਰ ਡਾਕਟਰ ਸਾਹਿਬ ਦਾ ਹੈ 647 614 3951 647 614 3951। ਡਾਕਟਰ ਹਰਜੀਤ ਸਿੰਘ ਉਹਨਾਂ ਦਾ ਨੰਬਰ ਹੈ, ਸਕਰੀਨ ਤੇ ਵੀ ਲਿਖਿਆ ਹੋਇਆ ਨੰਬਰ, ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ। ਜੇ ਕਿਤੇ ਨੰਬਰ ਤੁਹਾਡੇ ਤੋਂ ਨੰਬਰ ਕਿਤੇ ਮਿਸ ਹੋ ਜਾਏ ਤਾਂ ਮੇਰੇ ਤੋਂ ਨੰਬਰ ਤੁਸੀਂ ਜਦੋਂ ਮਰਜ਼ੀ ਲੈ ਸਕਦੇ ਹੋ। ਡਾਕਟਰ ਸਾਹਿਬ ਹੋਰ ਕੀ ਕਹਿਣਾ ਚਾਹੁੰਦੇ, ਕੁਝ ਐਡ ਕਰਨਾ ਚਾਹੁੰਦੇ ਹੋ? ਹਾਂ, ਬਸ ਮੈਂ ਤਾਂ ਇਹੀ ਕਹਾਂਗਾ ਕਿ ਪਹਿਲਾਂ ਜਿਸ ਵੀ ਵਿਅਕਤੀ ਨੂੰ ਕੋਈ ਕ੍ਰੋਨਿਕ ਡਿਸੀਜ਼ ਹੈ ਜਾਂ ਜੋ ਪੇਸ਼ੈਂਟ ਜਿਹੜਾ ਹੈਗਾ ਕਿਸੇ ਭਿਆਨਕ ਬਿਮਾਰੀ ਦਾ ਸ਼ਿਕਾਰ ਹੈ, ਉਹ ਸਾਡੇ ਨਾਲ ਗੱਲ ਕਰੇ। ਅਸੀਂ ਉਹਨਾਂ ਦੇ ਸਿੰਪਟਮ ਲੈਣ ਤੋਂ ਬਾਅਦ ਉਹਨਾਂ ਨੂੰ ਇਹ ਗੱਲ ਦੱਸ ਸਕਦੇ ਹਾਂ ਕਿ ਸੋਰਾ ਮਿਆਜ਼ਮ ਕਿੱਥੇ ਬੈਠਾ ਹੈ। ਬੇਸ਼ੱਕ ਉਹ ਦਵਾਈ ਆਪਣੀ ਜਿੱਥੋਂ ਮਰਜ਼ੀ ਲਵੇ ਜੀ, ਉਹਦਾ ਸਾਨੂੰ ਨਹੀਂ ਮਤਲਬ। ਅਸੀਂ ਉਹਦਾ ਸੋਰਾ ਮਿਆਜ਼ਮ ਜਿਹੜਾ ਕੱਢ ਕੇ ਉਹਦੀਆਂ ਬਿਮਾਰੀਆਂ ਨੂੰ ਘਟਾ ਸਕਦੇ ਹਾਂ, ਉਹਦੇ ਕ੍ਰੋਨਿਕ ਡਿਸੀਜ਼ ਨੂੰ। ਦੇਖੋ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਮੈਂ ਬਹੁਤ ਸਾਰੇ ਇੱਦਾਂ ਦੇ ਪੇਸ਼ੈਂਟ ਦੇਖੇ। ਜਿੱਦਾਂ ਹੁਣ ਆਪਾਂ ਗੱਲ ਕਰਦੇ, ਇੱਕ ਵਾਰੀ ਇੱਕ ਉਸਤਾਦ ਜੀ ਜੋ ਕਿ ਕੀਰਤਨ ਸਿਖਾਉਂਦੇ ਸਨ, ਕੀਰਤਨ ਦੇ ਸਾਜ਼ ਸਿਖਾਉਂਦੇ ਸਨ, ਉਹ ਉਸਤਾਦ ਸਾਹਿਬ ਮੇਰੇ ਕੋਲ ਆਏ, ਪਰ ਮੈਂ ਦੇਖਿਆ ਕਿ ਉਹਨਾਂ ਦੇ ਕਫ ਕਾਲਰ ਗੰਦੇ, ਉਹਨਾਂ ਦੀ ਧੌਣ ਉੱਪਰ ਮੈਲ ਜੰਮੀ ਹੋਈ ਹੈ, ਉਹਨਾਂ ਨੇ ਨੇਲ ਨਹੀਂ ਆਪਣੇ ਕੱਟੇ, ਵਿੱਚ ਮੈਲ ਜੰਮੀ ਹੋਈ ਹੈ, ਉਹਨਾਂ ਨੇ ਆਪਣੀ ਦਾੜੀ ਨੂੰ ਨਹੀਂ ਸਵਾਰਿਆ, ਉਹਨਾਂ ਦੀ ਪੱਗ ਵੀ ਗੰਦੀ ਹੈ। ਤੇ ਜਦੋਂ ਮੈਂ ਉਹਨਾਂ ਬਾਰੇ ਗੱਲ ਕੀਤੀ ਤਾਂ ਮੈਨੂੰ ਇੱਕ ਕੀਰਤਨੀਆ ਨੇ, ਜੋ ਕਿ ਬੜੇ ਸਾਡੇ ਨਜ਼ਦੀਕੀ ਮੇਰੇ ਸੀਗੇ ਪਿਆਰੇ ਮਿੱਤਰ, ਉਹਨਾਂ ਨੇ ਦੱਸਿਆ ਕਿ ਉਸਤਾਦ ਸਾਹਿਬ ਨੇ ਇਹ, ਪਰ ਇਹਨਾਂ ਦੀ ਹਾਲਾਤ ਇਹ ਆ, ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਇੱਦਾਂ ਕਿਉਂ ਆ। ਜਦੋਂ ਉਹਨਾਂ ਨੂੰ ਫਿਰ ਮੈਂ ਸਮਝਾਇਆ ਕਿ ਤੁਹਾਨੂੰ ਜੇ ਇਹਨਾਂ ਚੀਜ਼ਾਂ ਤੋਂ ਅਸੀਂ ਠੀਕ ਕਰ ਦਈਏ, ਤਾਂ ਉਹ ਕਹਿੰਦਾ ਬੜੀ ਮਿਹਰਬਾਨੀ ਹੋਊਗੀ, ਮੇਰਾ ਤਾਂ ਪਰਿਵਾਰ ਵੀ ਸਾਰਾ ਇਹਦੇ ਕਰਕੇ ਦੂਜਾ ਹੋ ਗਿਆ, ਪਰ ਮੇਰਾ ਨਹਾਉਣ ਨੂੰ ਮਨ ਨਹੀਂ ਕਰਦਾ। ਸੋਰਾ ਮਿਆਜ਼ਮ ਬਿਲਕੁਲ ਬਾਹਰ ਵੀ ਚਮੜੀ ਦੇ ਬੈਠਾ ਸੀ, ਜਿਹੜਾ ਮੈਲ ਦੇ ਰੂਪ ਵਿੱਚ ਸੀਗਾ, ਤੇ ਅੰਦਰ ਦੇਖ ਲਓ ਤੁਸੀਂ ਕਿੰਨਾ ਹੋਊਗਾ ਜਿਹਦਾ ਨਹਾਉਣ ਨੂੰ ਹੀ ਮਨ ਨਹੀਂ ਕਰਦਾ। ਸੋ ਮੈਂ ਜਦੋਂ ਅਸੀਂ ਤੁਹਾਡੇ ਸਿੰਪਟਮ ਲੈਂਦੇ ਹਾਂ ਤਾਂ ਅਸੀਂ ਕੀ ਕਰ ਸਕਦੇ ਹਾਂ ਤੁਹਾਡਾ, ਕਿ ਅਸੀਂ ਤੁਹਾਡੇ ਉਸ ਮਿਆਜ਼ਮ ਨੂੰ, ਜਿਵੇਂ ਮੇਰੇ ਕੋਲ ਇੱਕ ਵਾਰੀ ਪੇਸ਼ੈਂਟ ਆਇਆ ਇੱਕ ਅਸਥਮਾ ਦਾ, ਜਦੋਂ ਉਹਨਾਂ ਦੀ ਪੁਰਾਣੀ ਹਿਸਟਰੀ ਲਈ ਤੇ ਉਹਨਾਂ ਨੂੰ ਪਹਿਲਾਂ ਮਿਆਜ਼ਮ ਸੀ ਅੰਦਰ। ਜਦੋਂ ਉਹਨਾਂ ਨੂੰ ਅਸਥਮਾ ਦੀਆਂ ਦਵਾਈਆਂ ਨਾ ਦੇ ਕੇ ਸੋਰਾ ਮਿਆਜ਼ਮ ਨੂੰ ਬਾਹਰ ਕੱਢਣ ਵਾਲੀਆਂ ਦਵਾਈਆਂ ਦਿੱਤੀਆਂ ਤਾਂ ਚਮੜੀ ਉੱਪਰ ਸਾਰਾ ਰੋਗ ਦੁਬਾਰਾ ਬਾਹਰ ਆ ਗਿਆ, ਅਸਥਮਾ ਠੀਕ ਹੋ ਗਿਆ। ਹੁਣ ਚਮੜੀ ਨੂੰ ਹੌਲੀ ਹੌਲੀ ਠੀਕ ਕੀਤਾ ਜਾ ਸਕਦਾ, ਪਰ ਇੰਟਰਨਲ ਜਿਹੜੋ ਉਹਦੇ ਲੰਗਸ ਦੇ ਵਿੱਚ ਜਿਹੜੀ ਉਹ ਇਨਫੈਕਸ਼ਨ ਸੀਗੀ, ਉਹਨੂੰ ਇੱਕਦਮ ਕਵਰ ਕਰ ਦਿੱਤਾ ਉਹਨੇ 1-2 ਵੀਕਾਂ ਦੇ ਵਿੱਚ ਹੀ। ਸੋ ਇੱਦਾਂ ਜਿਹੜੀਆਂ ਬਿਮਾਰੀਆਂ 'ਤੇ ਦਵਾਈਆਂ ਅਸਰ ਨਹੀਂ ਕਰਦੀਆਂ, ਡਾਕਟਰਾਂ ਨੇ ਵੱਖ-ਵੱਖ ਤਰ੍ਹਾਂ ਦੇ ਅਲਟਰਨੇਟਿਵ ਉਹਨਾਂ ਦੇ ਦਿੱਤੇ ਆ ਕਿ ਤੁਸੀਂ ਇਹਦੀ ਭਾਫ ਲਓ, ਪਫ ਲਓ, ਉਹਨਾਂ ਨੂੰ ਅਸੀਂ ਬਚਾ ਕਰਕੇ ਉਹਨਾਂ ਨੂੰ ਜਿਹੜੀਆਂ ਹੈਗੀਆਂ ਆ ਬਹੁਤ ਸਾਰੀਆਂ ਅੰਗਰੇਜ਼ੀ ਦਵਾਈਆਂ ਜਿਹੜੀਆਂ ਉਹ ਖਾਂਦੇ ਹਨ, ਜਿਨ੍ਹਾਂ ਕਰਕੇ ਸਰੀਰ ਨਸ਼ਟ ਹੋ ਜਾਂਦਾ ਹੈ, ਪਰ ਬੰਦਾ ਠੀਕ ਨਹੀਂ ਹੁੰਦਾ। ਦਵਾਈਆਂ ਖਾਣ ਨਾਲ ਡਾਕਟਰ ਸਾਹਿਬ ਹੁੰਦਾ ਕੀ ਹੈ ਕਿ ਇੱਕ ਬਿਮਾਰੀ ਤੋਂ ਤਾਂ ਅਸੀਂ ਛੁਟਕਾਰਾ ਪਾ ਲੈਂਦੇ ਹਾਂ, ਬਿਲਕੁਲ ਜੀ, 10 ਹੋਰ ਪਾ ਲੈਂਦੇ, ਉਹਦਾ ਸਾਈਡ ਇਫੈਕਟ ਬਹੁਤ ਹੁੰਦਾ। ਬਿਲਕੁਲ, ਸਾਈਡ ਇਫੈਕਟ ਨਾਲ ਜੀ, ਸਹੀ ਗੱਲ। ਤੇ ਤੁਹਾਡੀ ਜਿਹੜੀ ਵੀ ਕੋਈ ਮੈਡੀਸਿਨ ਹੈ ਉਸ ਦਾ ਸਾਈਡ ਇਫੈਕਟ ਤਾਂ ਨਹੀਂ ਹੁੰਦਾ? ਬਿਲਕੁਲ ਜੀ, ਹੋਮੋਪੈਥਿਕ ਦਾ ਅੱਜ ਤੱਕ ਤੁਸੀਂ ਦੇਖ ਸਕਦੇ ਹੋ ਕਿਤੇ ਵੀ ਕਿਤੇ ਸਾਈਡ ਇਫੈਕਟ ਦਾ ਕੋਈ ਨਾਮ ਹੀ ਨਹੀਂ ਹੈਗਾ। ਹਾਂਜੀ, ਕਿਉਂਕਿ ਕੈਮੀਕਲ ਬੇਸਡ ਨਹੀਂ ਮੈਡੀਸਨ ਹੈਗੀਆਂ, ਸਾਰਾ ਹੀ ਜੋ ਸਾਡੀ ਪ੍ਰਕਿਰਤੀ ਦੇ ਵਿੱਚ ਜੋ ਚੀਜ਼ਾਂ ਮਿਲਦੀਆਂ ਹਨ ਉਹਨਾਂ ਤੋਂ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ। ਤੇ ਕਿਸੇ ਦੀ ਵੀ ਕੋਈ ਵੀ ਜਾ ਕੇ ਇਹਨਾਂ ਦੀ ਫਾਰਮੇਸੀ ਤੋਂ ਲੈ ਸਕਦਾ। ਕੈਮੀਕਲ ਬੇਸਿਸ ਮੈਡੀਸਨ ਹੋਣ ਤੇ ਵਿਦਆਊਟ ਪ੍ਰੈਸਕ੍ਰਿਪਸ਼ਨ ਜਿਹੜੀਆਂ ਨਹੀਂ ਮਿਲਦੀਆਂ, ਮੈਂ ਨਾਮ ਦੱਸੂਗਾ ਤੇ ਬੰਦਾ ਜਾ ਕੇ ਲੈ ਲਵੇ, ਮੇਰੇ ਲਿਖਣ ਦੀ ਵੀ ਲੋੜ ਨਹੀਂ ਮੈਡੀਸਨ। ਠੀਕ ਹੈ ਜੀ, ਤੇ ਉੱਦਾਂ ਫਾਰਮੇਸੀ ਤੋਂ ਮਿਲ ਜਾਂਦੀ। ਅਗਰ ਕੋਈ ਸਾਈਡ ਇਫੈਕਟ ਹੋਣ ਤਾਂ ਗਵਰਨਮੈਂਟਾਂ ਨੇ ਆਪੇ ਰੋਕ ਲਾ ਦੇਣੀ ਕਿ ਸਾਈਡ ਇਫੈਕਟ ਹੈਗਾ ਤੇ ਇਹਨੂੰ ਨਾ ਦਿੱਤੀ ਜਾਵੇ। ਡਾਕਟਰ ਸਾਹਿਬ, ਥੈਂਕ ਯੂ ਸੋ ਮਚ। ਅਗਲੇ ਹਫ਼ਤੇ ਆਪਾਂ ਇੱਕ ਹੋਰ ਵਿਸ਼ੇ 'ਤੇ ਗੱਲਬਾਤ ਕਰਾਂਗੇ, ਉਸ ਬਾਰੇ ਕੋਈ ਜਾਣਕਾਰੀ ਦੇਣੀ ਚਾਹੁੰਦੇ ਹੋ? ਕਿਸੇ ਵੀ ਵਿਸ਼ੇ 'ਤੇ ਗੱਲ ਕਰ ਲਓ, ਚਲੋ ਆਪਾਂ ਆਰਥਰਾਈਟਿਸ 'ਤੇ ਗੱਲ ਕਰ ਲਾਂਗੇ। ਠੀਕ ਹੈ, ਅਗਲੇ ਹਫ਼ਤੇ ਕਰ ਲਾਂਗੇ ਉਸ ਬਾਰੇ। ਤੁਸੀਂ ਸਟੂਡੀਓ ਵਿੱਚ ਸਾਡੇ ਨਾਲ ਸਾਂਝ ਪਾਈ, ਤੁਹਾਡਾ ਬਹੁਤ ਬਹੁਤ ਧੰਨਵਾਦ। ਠੀਕ ਹੈ, ਧੰਨਵਾਦ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਡਾਕਟਰ ਹਰਜੀਤ ਸਿੰਘ।